ਪੁਰਾਣੇ ਸਮੇਂ ਦੇ ਵਿੱਚ ਹੀ ਜੀ ਮੇਰੇ ਫਾਦਰ ਦੱਸਦੇ ਆ ਵੀ ਮੂੰਗਫਲੀ ਕਾਫੀ ਹੋਈ ਤੇ ਉਦੋਂ ਸਾਨੂੰ ਪਤਾ ਨਹੀਂ ਸੀ ਲੱਗਦਾ ਵੀ ਇਹ ਪੈਸੇ ਨੂੰ ਕਿਵੇਂ ਸੰਭਾਲੀਏ। ਮੇਰੇ ਫਾਦਰ ਕਹਿੰਦੇ ਹੁਣ ਲੱਗੇ ਵੀ ਕਰੀਏ ਕੀ। ਅੱਛਾ। ਟਰੈਕਟਰ ਲਿਆ ਨਵਾਂ ਇੱਕ ਹੋਰ ਮੈਸੀ 12-13 ਹਜ਼ਾਰ ਦਾ ਕਹਿੰਦੇ ਟਰੈਕਟਰ ਆਇਆ। ਫੀਟ ਕਾਰ ਲਈ ਉਹ ਵੀ 12,000 ਦੀ ਆਈ। ਬੁਲਟ ਮੋਟਰਸਾਈਕਲ ਲਿਆ 3,000 ਦਾ ਆਇਆ। ਕਹਿੰਦੇ ਫਿਰ ਇਹ ਘਰ ਸ਼ੁਰੂ ਕੀਤਾ ਉਦੋਂ ਹੀ। ਆ ਕੋਠੀ ਜਿਹੜੀ ਬਣੀ ਆ 75 ਸ਼ੁਰੂ ਕੀਤਾ, ਫਿਰ ਇੱਧਰਲੇ ਪਾਸੇ ਘਰ ਪੁਰਾਣਾ ਬਣਿਆ ਹੋਇਆ ਸੀਗਾ। ਠੀਕ ਹੈ। ਯਾਨੀ ਕਿ ਉਦੋਂ ਪੈਸੇ ਦੀ ਵੈਲਿਊ ਬਹੁਤ ਜ਼ਿਆਦਾ ਸੀ। ਉਹ ਕਹਿੰਦੇ ਮੂੰਗਫਲੀ ਦਾ ਬੀਜ ਤੀ, ਉਸ ਤੋਂ ਬਾਅਦ ਮੂੰਗਫਲੀ ਇੰਨੀ ਜ਼ਿਆਦਾ ਹੋਈ ਤਾਂ ਗੁਡਾਈ ਕਰਨ ਨੂੰ ਬੰਦੇ ਨਾਲ ਮਿਲ ਸਾਰੇ ਪਿੰਡ ਦੀ ਲੇਬਰ ਲੱਗ ਗਈ, ਹੋਰ ਪਿੰਡਾਂ 'ਚੋਂ ਲੈ ਕੇ ਆਂਦੀ ਲੇਬਰ। ਇੱਕ ਪੰਡੋਰੀ ਪਿੰਡ ਆ ਬਰਨਾਲੇ ਕੋਲੇ, ਉਹ ਸਾਰਾ ਪਿੰਡ ਸਾਡੇ ਕੋਲ ਇੱਥੇ ਕੰਮ ਕਰਦੇ ਸੀਗੇ। ਫਿਰ ਅਸੀਂ ਇੱਥੇ ਇਹ ਜ਼ਮੀਨਾਂ ਨੂੰ ਵੇਚ ਕੇ ਅੱਗੇ ਜ਼ਮੀਨਾਂ ਖਰੀਦਣੀਆਂ ਸ਼ੁਰੂ ਕੀਤੀਆਂ। ਰਾਜਪੁਰੇ ਜ਼ਮੀਨ ਖਰੀਦੀ ਗਈ, ਸਮਰਾਲੇ ਜ਼ਮੀਨ ਖਰੀਦੀ ਗਈ 94-5 ਦੇ ਵਿੱਚ। ਉਸ ਤੋਂ ਬਾਅਦ ਇੱਥੋਂ ਹੋਰ ਜ਼ਮੀਨਾਂ ਵੇਚ ਕੇ ਫਿਰ ਯੂਪੀ ਦੇ ਵਿੱਚ ਵੀ ਫਾਰਮ ਆ ਮੇਰੇ। ਅਤੇ ਉਸ ਤੋਂ ਬਾਅਦ ਫਿਰ ਇੱਥੇ ਇੱਕ ਨੇੜੇ ਪਿੰਡ ਬੀਰਮੀ ਪਿੰਡ ਦੇ ਵਿੱਚ ਅਸੀਂ ਜ਼ਮੀਨ ਖਰੀਦੀ। ਉਹ ਸ਼ਹਿਰ ਦੇ ਬਿਲਕੁਲ ਨਾਲ ਹੀ ਸੀਗੀ, ਇੱਥੋਂ 1 ਕਿਲੋਮੀਟਰ 'ਤੇ ਜੀ। ਉਹ ਫਿਰ ਦੁਬਾਰਾ ਜ਼ਮੀਨ ਸ਼ਹਿਰ ਦੇ ਵਿੱਚ ਆ ਗਈ। ਉਹਦੀ ਅੱਜ ਇਹ ਵਾਲੀ ਨਾਲੋਂ ਵੀ ਜ਼ਿਆਦਾ ਵੈਲਿਊ ਆ। ਫਿਰ ਮੇਰੇ ਦਾਦਾ ਜੀ ਦਾ ਮਰਡਰ ਹੋ ਗਿਆ ਸੀਗਾ, ਜ਼ਮੀਨ ਪਿੱਛੇ ਹੋਇਆ। ਉਹ ਵੀ ਕੋਈ ਹਿੱਸਾ ਭਾਲਦੇ ਸੀਗੇ। ਉਸ ਮਸਲੇ ਕੇਸ ਲੜਿਆ ਮੇਰੀ ਦਾਦੀ ਨੇ। ਠੀਕ ਹੈ। ਕੋਈ ਘਰ ਦੇ ਵਿੱਚ ਫਾਦਰ 4 ਸਾਲ ਦੇ ਸੀਗੇ। ਉਸ ਬੰਦੇ ਨੂੰ ਫਾਂਸੀ ਹੋਈ ਉਸ ਕੇਸ ਦੇ ਵਿੱਚ, ਤੇ ਉਹਦੇ ਤੇ ਕਾਫੀ ਜ਼ਮੀਨ ਉਦੋਂ ਵੇਖੇ ਲੱਗੀ ਕੇਸਾਂ ਦੇ ਉੱਪਰ ਜੀ। ਉਸ ਤੋਂ ਬਾਅਦ ਮੇਰੇ ਫਾਦਰ 10 ਸਾਲ ਦੇ ਜਦੋਂ ਹੋਏ, ਉਡਾਰ ਹੋਏ, ਉਹਨਾਂ ਨੇ ਫਿਰ ਇਹ ਜ਼ਮੀਨ ਨੂੰ ਆਬਾਦ ਕੀਤਾ। ਤਕਰੀਬਨ ਇੱਥੇ 100 ਏਕੜ ਜ਼ਮੀਨ ਸੀਗੀ ਜੀ ਇਹ ਵਾਲੀ ਖੁਰਦ ਦੇ ਵਿੱਚ ਸਾਡੇ ਕੋਲੇ। ਉਸ ਤੋਂ ਬਾਅਦ ਵੀ ਕੁਛ ਜ਼ਮੀਨ ਵੇਚੀ ਹੋਣੀ ਆ। ਬਾਅਦ ਦੇ ਵਿੱਚ ਜਦੋਂ ਮੇਰੇ ਫਾਦਰ ਨੇ ਇੱਥੇ ਖੇਤੀ ਕਰਨੀ ਸ਼ੁਰੂ ਕੀਤੀ, ਫਿਰ ਜ਼ਮੀਨਾਂ ਆਬਾਦ ਕੀਤੀਆਂ, ਮੂੰਗਫਲੀ ਹੋਣ ਲੱਗੀ। ਫਿਰ ਕਿਤੇ ਪੁਰਾਣੇ ਸਮੇਂ ਦੇ ਵਿੱਚ ਹੀ ਜੀ ਮੇਰੇ ਫਾਦਰ ਦੱਸਦੇ ਆ ਵੀ ਮੂੰਗਫਲੀ ਕਾਫੀ ਹੋਈ ਤੇ ਉਦੋਂ ਸਾਨੂੰ ਪਤਾ ਨਹੀਂ ਸੀ ਲੱਗਦਾ ਵੀ ਇਹ ਪੈਸੇ ਨੂੰ ਕਿਵੇਂ ਸੰਭਾਲੀਏ ਜੀ। ਉਦੋਂ 1.5 ਲੱਖ ਦੀ ਬੜੀ ਕੀਮਤ ਹੋ ਜਾਂਦੀ ਸੀ। ਸਾਡੇ ਕੀ ਹੁੰਦਾ ਸੀ, ਜਿਹੜੀ ਮੂੰਗਫਲੀ ਹੁੰਦੀ ਸੀ ਉਹ ਆਪਾਂ ਮੀਂਹ 'ਤੇ ਡਿਪੈਂਡ ਕਰਦੇ ਸੀ ਵੀ ਜਦੋਂ ਮੀਂਹ ਪੈਣਾ ਤਾਂ ਮੂੰਗਫਲੀ ਬੀਜੀ ਜਾਣੀ ਆ। ਬਲਦਾਂ ਨਾਲ ਬੀਜਦੇ ਹੁੰਦੇ ਸੀ। 2-4-5 ਕਿੱਲੇ ਬੀਜ ਹੁੰਦੇ, ਜਦ ਨੂੰ ਉਹ ਖੇਤ ਸੁੱਕ ਜਾਂਦਾ ਸੀਗਾ ਜੀ। ਇਸ ਲਈ ਜਿਹਦੇ ਕੋਲ ਜ਼ਿਆਦਾ ਜ਼ਮੀਨ ਵੀ ਸੀ, ਲੇਕਿਨ ਉਹ ਖੇਤੀ ਉਹਦੀ 5-10-20 ਕਿੱਲੇ ਸੰਭਾਲ ਨਹੀਂ ਪਾਉਂਦਾ ਸੀ। ਹਾਂ, ਉਹਨੂੰ ਸੰਭਾਲ ਨਹੀਂ ਹੁੰਦੀ ਸੀ। ਸੋ ਮੇਰੇ ਫਾਦਰ ਦੇ ਇੱਕ ਦੋ ਦੋਸਤ ਸੀਗੇ, ਉਹਨਾਂ ਨੇ ਨਾਲ ਰਾਏ ਦਿੱਤੀ ਨਾਲ ਵੀ ਇਸ ਵਾਰ ਨਾ ਆਪਾਂ ਟਰੈਕਟਰਾਂ ਦੇ ਪਿੱਛੇ ਪੋਰ ਬੰਨ੍ਹ ਕੇ ਬੰਦੇ ਬਿਠਾ ਦੇਣੇ ਆ। ਜ਼ਮੀਨ ਤਿਆਰ ਕਰ ਲਓ ਵੀ ਜਦੋਂ ਵੀ ਮੀਂਹ ਪਿਆ ਆਪਾਂ ਨਾਲ ਦੀ ਨਾਲ ਹੀ ਬਿਜਾਈ ਕਰ ਦੇਣੀ ਆ। ਤੇ ਉਹਨਾਂ ਨੇ ਇੱਕਦਮ ਜਦੋਂ ਮੀਂਹ ਪਿਆ ਟਰੈਕਟਰਾਂ ਦੇ ਪਿੱਛੇ ਨਾਲ ਬਲਦਾਂ ਦੀ ਜੋੜੀਆਂ ਲੈ ਕੇ ਸਾਰੀ ਮੂੰਗਫਲੀ ਬੀਜਤੀ ਜ਼ਮੀਨ 'ਚ। ਇਹ ਗੱਲ ਹੋਊਗੀ 75-6 ਦੀ। ਠੀਕ ਹੈ। 75-6 ਦੀ, 74-5 ਦੀ। ਉਹ ਕਹਿੰਦੇ ਮੂੰਗਫਲੀ ਦਾ ਬੀਜ ਤੀ। ਉਸ ਤੋਂ ਬਾਅਦ ਮੂੰਗਫਲੀ ਇੰਨੀ ਜ਼ਿਆਦਾ ਹੋਈ ਤਾਂ ਗੁਡਾਈ ਕਰਨ ਨੂੰ ਬੰਦੇ ਨਾਲ ਮਿਲ ਸਾਰੇ ਪਿੰਡ ਦੀ ਲੇਬਰ ਲੱਗ ਗਈ, ਹੋਰ ਪਿੰਡਾਂ 'ਚੋਂ ਲੈ ਕੇ ਆਂਦੀ ਲੇਬਰ। ਇੱਕ ਪੰਡੋਰੀ ਪਿੰਡ ਆ ਬਰਨਾਲੇ ਕੋਲੇ, ਉਹ ਸਾਰਾ ਪਿੰਡ ਸਾਡੇ ਕੋਲ ਇੱਥੇ ਕੰਮ ਕਰਦੇ ਸੀਗੇ। ਕਹਿੰਦੇ ਉਸ ਤੋਂ ਬਾਅਦ ਫਸਲ ਬੜੀ ਵਧੀਆ ਹੋਈ। ਫਿਰ ਉਹਨੂੰ ਝਾੜਨ ਦੀ ਲੇਬਰ ਚਾਹੀਦੀ ਸੀ, ਰਾਜਸਥਾਨ ਤੋਂ ਲੇਬਰ ਲੈ ਕੇ ਆਂਦੀ। ਅੱਛਾ। ਫਿਰ ਉਹ ਗੂਣਾ ਹੁੰਦਾ ਸੀ, ਭੋ ਹੁੰਦਾ ਸੀ, ਰਿਸ਼ਤੇਦਾਰਾਂ ਨੂੰ ਛੱਡ ਕੇ ਆਂਦਾ। ਮੂੰਗਫਲੀ ਬੜੀ ਹੋਈ। ਮੇਰੇ ਫਾਦਰ ਕਹਿੰਦੇ ਹੁਣ ਲੱਗੇ ਵੀ ਕਰੀਏ ਕੀ। ਅੱਛਾ। ਟਰੈਕਟਰ ਲਿਆ ਨਵਾਂ ਇੱਕ ਹੋਰ ਮੈਸੀ 12-13 ਹਜ਼ਾਰ ਦਾ ਕਹਿੰਦੇ ਟਰੈਕਟਰ ਆਇਆ। ਫੀਟ ਕਾਰ ਲਈ ਉਹ ਵੀ 12,000 ਦੀ ਆਈ। ਬੁਲਟ ਮੋਟਰਸਾਈਕਲ ਲਿਆ 3,000 ਦਾ ਆਇਆ। ਕਹਿੰਦੇ ਫਿਰ ਇਹ ਘਰ ਸ਼ੁਰੂ ਕੀਤਾ ਉਦੋਂ ਹੀ। ਆ ਕੋਠੀ ਜਿਹੜੀ ਬਣੀ ਆ 75 ਸ਼ੁਰੂ ਕੀਤਾ, ਫਿਰ ਇੱਧਰਲੇ ਪਾਸੇ ਘਰ ਪੁਰਾਣਾ ਬਣਿਆ ਹੋਇਆ ਸੀਗਾ। ਠੀਕ ਹੈ। ਯਾਨੀ ਕਿ ਉਦੋਂ ਪੈਸੇ ਦੀ ਵੈਲਿਊ ਬਹੁਤ ਜ਼ਿਆਦਾ ਸੀ। ਤੁਸੀਂ ਕਿੰਨੇ ਭਾਈ ਹੋ? 3 ਬ੍ਰਦਰ ਨੇ, 3 ਭੈਣਾਂ ਨੇ। ਠੀਕ ਹੈ। 3 ਸਿਸਟਰ ਨੇ। ਤੇ ਉਸ ਤੋਂ ਬਾਅਦ ਇਹ ਜਿਹੜੀ ਜ਼ਮੀਨ ਆਬਾਦ ਹੋਈ ਸਾਰੀ, ਬੜੀ ਵਧੀਆ ਖੇਤੀ ਹੋ ਰਹੀ। ਉਸ ਤੋਂ ਬਾਅਦ ਲੁਧਿਆਣਾ ਸ਼ਹਿਰ ਇੱਧਰ ਨੂੰ ਵੱਧ ਗਿਆ। ਲੁਧਿਆਣਾ ਸ਼ਹਿਰ ਵਧਣ ਤੋਂ ਬਾਅਦ ਫਿਰ ਇਹ ਜ਼ਮੀਨਾਂ ਸ਼ਹਿਰ ਦੇ ਵਿੱਚ ਆ ਗਈਆਂ। ਫਿਰ ਅਸੀਂ ਇੱਥੇ ਇਹ ਜ਼ਮੀਨਾਂ ਨੂੰ ਵੇਚ ਕੇ ਅੱਗੇ ਜ਼ਮੀਨਾਂ ਖਰੀਦਣੀਆਂ ਸ਼ੁਰੂ ਕੀਤੀਆਂ। ਕਿਉਂਕਿ ਨਾ ਪਹਿਲਾਂ ਡਰ ਸੀਗਾ। ਬੇਅੰਤ ਸਿੰਘ ਨੇ ਇੱਕ ਜ਼ਮੀਨ ਅਕਵਾਇਰ ਕੀਤੀ। ਸਰਪਲਸ ਦਾ ਵੀ ਬੜਾ ਸਰਪਲਸ ਤਾਂ ਰਹੀ ਆ। ਕਿਉਂ ਸਰਪਲਸ ਅਸੀਂ ਕਿਉਂ ਬਚੇ? ਕਿਉਂਕਿ ਸਾਡੀ ਜ਼ਮੀਨ ਦੀ ਵੈਲਿਊ ਪਈ 10 ਪੈਸੇ। ਇਸ ਜ਼ਮੀਨ ਦੀ ਨਾ ਵੈਲਿਊ ਕੀ ਹੋਇਆ, ਇਹਨਾਂ ਨੇ ਵੈਲਿਊਏਸ਼ਨ ਕੀਤੀ। ਕਿਸੇ ਜ਼ਮੀਨਾਂ ਦੀ ਵੈਲਿਊ ਰੁਪਈਆ ਪੈ ਗਈ। ਲਓ ਨਿਕਲ, ਕਿਸੇ ਜ਼ਮੀਨਾਂ ਦੀ ਵੈਲਿਊ ਪੈ ਗਈ ਰੁਪਈਆ, ਕਿਸੇ ਦੀ ਪਈ 10 ਪੈਸੇ। ਉਸ ਤੋਂ ਬਾਅਦ ਇਸੇ ਕਰਕੇ ਜਿਹੜੀ ਇਹ ਜ਼ਮੀਨ ਸੀਗੀ ਅਸੀਂ ਸਾਡੀ ਸਰਪਲਸ 'ਚ ਨਿਕਲੀ ਨਹੀਂ। ਜਿਹਦਾ ਇਹਦਾ ਰੁਪਈਆ ਮੁੱਲ ਪੈਂਦਾ ਸਰਪਲਸ 'ਚ ਚਲੇ ਜਾਣੀ ਸੀ ਜ਼ਮੀਨ ਸਾਰੀ। ਸੋ ਉਸ ਤੋਂ ਬਾਅਦ ਜਦੋਂ ਲੁਧਿਆਣਾ ਸ਼ਹਿਰ ਵਧਿਆ ਜੀ, ਇੱਕ ਚੰਡੀਗੜ੍ਹ ਰੋਡ ਤੇ ਜ਼ਮੀਨ ਅਕਵਾਇਰ ਕੀਤੀ ਗਈ 92-3 ਦੇ ਵਿੱਚ। ਬੇਅੰਤ ਸਿੰਘ ਗਵਰਨਮੈਂਟ ਸੀਗੀ, ਉਹਦੇ ਵਿੱਚ ਬਹੁਤ ਘੱਟ ਪੈਸਾ ਦਿੱਤਾ ਗਿਆ। 30 ਲੱਖ ਵਾਲੇ ਨੂੰ 2-2.5 ਲੱਖ ਰੁਪਏ ਦਿੱਤਾ ਗਿਆ, ਜਿਹਦਾ ਰੇਟ ਸੀਗਾ। ਤਾਂ ਮੇਰੇ ਫਾਦਰ ਥੋੜ੍ਹੀ ਟੈਨਸ਼ਨ 'ਚ ਆ ਗਏ। ਕਹਿੰਦੇ ਵੀ ਜੇ ਇਹ ਜ਼ਮੀਨ ਆਪਾਂ ਹੁਣ ਇੱਥੋਂ ਥੋੜ੍ਹੀ ਮੋਟੀ ਵੇਚ ਕੇ ਅੱਗੇ ਨਾ ਲਈ ਤਾਂ ਫਿਰ ਕੱਲ੍ਹ ਨੂੰ ਅਕਵਾਇਰ ਹੋ ਗਈ ਤਾਂ ਆਪਾਂ ਨੂੰ ਮਿਲਣਾ ਕੁਛ ਨਹੀਂ ਸਰਕਾਰ ਨੇ। ਉਦੋਂ ਇੱਦਾਂ ਦਾ ਸੀਗਾ, ਡਰ ਵੀ ਸੀਗਾ। ਫਿਰ ਅਸੀਂ ਇੱਥੋਂ ਜ਼ਮੀਨ ਵੇਚ ਕੇ
ਅੱਗੇ ਜ਼ਮੀਨਾਂ ਲੈਣੀ ਸ਼ੁਰੂ ਕੀਤੀਆਂ 94-5 ਦੇ ਵਿੱਚ ਇਹ ਸਟਾਰਟ ਹੋਇਆ। ਕਿਉਂਕਿ ਉਸ ਤੋਂ ਬਾਅਦ ਜਦੋਂ ਮਾਹੌਲ ਥੋੜ੍ਹਾ ਸ਼ਾਂਤ ਹੋਇਆ ਫਿਰ ਤੇਜ਼ੀ ਆਈ। ਸਾਡਾ ਪਿੰਡ ਬਿਲਕੁਲ ਨੇੜੇ ਸੀਗਾ। ਫਿਰ ਇੱਥੋਂ ਵੇਚ ਕੇ ਅੱਗੇ ਜ਼ਮੀਨਾਂ ਲੈਣੀਆਂ ਸ਼ੁਰੂ ਕੀਤੀਆਂ, ਫਾਰਮ ਲਾਉਣੇ ਸ਼ੁਰੂ ਕੀਤੇ। ਮੇਰਾ ਗੁਰਸਿਆਂ ਕਦਰਬਖਸ਼ ਫਾਰਮ ਆ ਮੇਨ। ਰਾਜਪੁਰੇ ਜ਼ਮੀਨ ਖਰੀਦੀ ਗਈ, ਸਮਰਾਲੇ ਜ਼ਮੀਨ ਖਰੀਦੀ ਗਈ 94-5 ਦੇ ਵਿੱਚ। ਉਸ ਤੋਂ ਬਾਅਦ ਇੱਥੋਂ ਹੋਰ ਜ਼ਮੀਨਾਂ ਵੇਚ ਕੇ ਫਿਰ ਯੂਪੀ ਦੇ ਵਿੱਚ ਵੀ ਫਾਰਮ ਆ ਮੇਰੇ। ਅਤੇ ਉਸ ਤੋਂ ਬਾਅਦ ਫਿਰ ਇੱਥੇ ਇੱਕ ਨੇੜੇ ਪਿੰਡ ਬੀਰਮੀ ਪਿੰਡ ਦੇ ਵਿੱਚ ਅਸੀਂ ਜ਼ਮੀਨ ਖਰੀਦੀ। ਉਹ ਸ਼ਹਿਰ ਦੇ ਬਿਲਕੁਲ ਨਾਲ ਹੀ ਸੀਗੀ, ਇੱਥੋਂ 1 ਕਿਲੋਮੀਟਰ 'ਤੇ ਜੀ। ਉਹ ਫਿਰ ਦੁਬਾਰਾ ਜ਼ਮੀਨ ਸ਼ਹਿਰ ਦੇ ਵਿੱਚ ਆ ਗਈ। ਉਹਦੀ ਅੱਜ 42 ਨਾਲੋਂ ਵੀ ਜ਼ਿਆਦਾ ਵੈਲਿਊ ਆ। ਫਿਰ ਹੁਣ ਕੁੱਲ ਮਿਲਾ ਕੇ ਕਿੰਨੀ ਹੈ ਜੀ? ਸਾਡੇ ਕੋਲ ਤਕਰੀਬਨ ਜਿਹੜੀ ਇੱਥੇ ਅਰਬਨ ਹੈਗੀ ਆ ਇਹ ਹੋਣਗੇ ਤਕਰੀਬਨ 90-95 ਏਕੜ ਫਿਰ ਜੀ। ਅਤੇ ਤਕਰੀਬਨ 250 ਏਕੜ ਜਗ੍ਹਾ ਅੱਗੇ ਹੋਊਗੀ, 250 ਯੂਪੀ ਵਾਲੀ ਯੂਪੀ ਪਾ ਕੇ ਅੱਗੇ ਫਾਰਮ ਇੱਥੇ ਵੀ ਹੈਗੇ ਅੱਗੇ ਇੱਥੇ ਆਲਮਗੀਰ ਵੀ ਖੇਤੀ ਕਾਹਦੀ ਕਰਦੇ ਹੋ ਜ਼ਿਆਦਾ? ਕਣਕ ਝੋਨਾ ਜਾਂ ਕੋਈ? ਗੰਨਾ, ਉੱਥੇ ਗੰਨਾ ਹੁੰਦਾ ਜ਼ਿਆਦਾ, ਇੱਥੇ ਕਣਕ ਝੋਨਾ ਕਰਦੇ ਹਾਂ, ਆਲੂ ਦੀ ਖੇਤੀ ਵੀ ਕਰਦੇ ਹਾਂ ਨਾਲ। ਬਹੁਤ ਵਧੀਆ ਫਾਰਮ ਅਸੀਂ ਡਿਵੈਲਪ ਕੀਤੇ। ਓਕੇ। 99 ਦੇ ਵਿੱਚ ਮੇਰੇ 'ਤੇ ਇੱਕ ਨੈਸ਼ਨਲ ਰੇਡ ਹੋਈ ਸੀ ਇਨਕਮ ਟੈਕਸ ਦੀ। ਅਸੀਂ ਜ਼ਮੀਨਾਂ ਖਰੀਦੀਆਂ ਤੇ ਉਹਨੇ ਸ਼ਿਕਾਇਤ ਕਰਤੀ ਵੀ ਇਹ ਪੈਸਾ ਕਿੱਥੋਂ ਆਇਆ। ਚਲੋ ਉਹਨਾਂ ਨੇ ਸਰਚ ਕੀਤੀ ਸਾਡੀ, ਮੈਂ ਕੇਸ ਲੜਿਆ। ਪਹਿਲੀ ਵਾਰ ਹੋਇਆ ਹੋਊਗਾ ਵੀ 0 ਇਨਕਮ ਟੈਕਸ ਪੇ ਕੀਤਾ, ਕਿਉਂਕਿ ਉਹਨਾਂ ਦੱਸਿਆ ਵੀ ਸਾਰੀ ਜੱਦੀ ਜਾਇਦਾਦ ਆ, ਇਹਨੂੰ ਵੇਚ ਕੇ ਅੱਗੇ ਜ਼ਮੀਨਾਂ ਲੈ ਰਹੇ ਆ ਵੀ ਇਹਦੇ ਵਿੱਚ ਕੁਛ ਵੀ ਇੱਦਾਂ ਦਾ ਹੈ ਨਹੀਂ ਗਾ ਨਾ। ਉਹ ਫਿਰ ਉਹਨਾਂ ਨੇ ਵੀ ਬਿਲਕੁਲ ਮੇਰੇ ਕੋਲ ਰਿਪੋਰਟ ਇਸ ਗੱਲ ਦੀ ਪਈ ਸਾਰੀ।